Good morning, students. Today we are going through to cover very important topic of the chapter organism and population is adaptations. It is any attribute of the organism, means it is the capability or it is the need of the organism which or by which the organism can be changed morphologically, physiologically and behaviorally that enables the organism to survive. ताकि वो ऑर्गेनिज्म इन दी एंड सर्वाइव कर सके एंड रीप्रोड्यूस इन इट्स हैबिटेट और जिथे वो रहिंदा हो जो ਉਹਦਾ घर है जो ਉਹਦੀ जगह है रहन वाली ਉੱਥੇ ही रह के वो रीप्रोड्यूस कर सके इस दे ਲਈ चाहे ਉਹਨੂੰ ਮੋਰਫੋਲੋਜੀਕਲ चेंजिस लैके आने पैन अपने आप ਨੂੰ ਬਾਹਰੀ ਪੱਖ ਤੇ ਚੇਂਜ ਕਰਨਾ ਪਵੇ ਫਿਜ਼ੀਓਲੋਜੀਕਲ ਚਾਹੇ ਉਹਨੂੰ ਆਪਣੇ ਅੰਦਰਲੀਆਂ ਕੈਮੀਕਲ ਰਿਐਕਸ਼ਨਸ ਚੇਂਜ ਕਰਨੀਆਂ ਪੈਣ ਜਾਂ ਫਿਰ ਆਪਣੇ ਬਿਹੇਵੀਅਰ ਦੇ ਵਿੱਚ ਕੋਈ ਚੇਂਜ ਲੈ ਕੇ ਆਣਾ ਪਵੇ During the course of evolution, many organisms are undergoing adaptations and these get fit genetically in them generation after generation. ਜਿਵੇਂ ਜਿਵੇਂ ਐਵੋਲੂਸ਼ਨ ਧਰਤੀ ਦੇ ਉੱਪਰ ਹੋ ਰਿਹਾ ਹੈ ਉਸ ਦੇ ਨਾਲ ਨਾਲ ਹਰ ਇੱਕ ਆਰਗੇਨਿਜ਼ਮ ਆਪਣੇ ਆਪ ਨੂੰ ਅਡੈਪਟੇਸ਼ਨਸ ਦੇ ਲਈ ਫਿਟ ਕਰਦਾ ਪਿਆ ਹੈ ਤਾਂ ਕਿ ਉਹ ਇਸ ਅਡੈਪਟੇਸ਼ਨਸ ਨੂੰ ਅਗਲੀ ਜਨਰੇਸ਼ਨ ਤੱਕ ਟ੍ਰਾਂਸਫਰ ਕਰ ਸਕੇ ਅੱਗੇ ਆਪਾਂ ਇਸ ਚੈਪਟਰ ਦੇ ਵਿੱਚ ਜਿੰਨੀਆਂ ਵੀ ਅਡੈਪਟੇਸ਼ਨਸ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਵਿਦ ਐਗਜ਼ਾਮਪਲ ਬਹੁਤ ਹੀ ਬਖੂਬੀ ਢੰਗ ਦੇ ਨਾਲ ਸਟੱਡੀ ਕਰਦੇ ਹਾਂ ਪਹਿਲਾ ਹੈਗਾ ਅਡੈਪਟੇਸ਼ਨਸ ਇਨ ਜ਼ੀਰੋਫਿਟਿਕ ਪਲਾਂਟਸ ਨਾਓ ਵਾਟ ਆਰ ਦ ਜ਼ੀਰੋਫਿਟਿਕ ਕੰਡੀਸ਼ਨਸ ਜ਼ੀਰੋਫਿਟਿਕ ਕੰਡੀਸ਼ਨਸ ਉਹ ਹੁੰਦੀਆਂ ਨੇ ਜਿਹੜੀਆਂ ਬਿਲਕੁਲ ਡਰਾਈ ਕੰਡੀਸ਼ਨਸ ਹੋਣ ਡਰਾਈ ਕੰਡੀਸ਼ਨਸ ਜਿੱਥੇ ਵਾਟਰ ਦੀ ਕਮੀ ਹੋਵੇ ਜਿੱਥੇ ਪ੍ਰੈਸੀਪੀਟੇਸ਼ਨ ਦੀ ਕਮੀ ਹੋਵੇ ਪ੍ਰੈਸੀਪੀਟੇਸ਼ਨ ਮੀਨਸ ਬਾਰਿਸ਼ ਦੀ ਸਨੋਫਾਲ ਦੀ ਇਨ ਐਨੀ ਫਾਰਮ ਪਾਣੀ ਦੀ ਕਮੀ ਇਨ ਦੀ ਐਂਡ Xerophytic plants are those who have to survive under dry or arid conditions. ਤਾਂ xerophytic plants ਕਿਹੜੇ ਹੋਏ ਇਹ ਉਹ plants ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਬਿਲਕੁਲ ਹੀ ਸੁੱਕੀਆਂ ਕੰਡੀਸ਼ਨਸ ਦੇ ਵਿੱਚ ਵੀ ਸਰਵਾਈਵ ਰੱਖ ਸਕਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਕੁਝ ਇਹੋ ਜਿਹੀਆਂ ਅਡੈਪਟੇਸ਼ਨਸ ਆ ਚੁੱਕੀਆਂ ਨੇ ਜਿਹਦੇ ਕਰਕੇ ਇਹ ਬਿਲਕੁਲ ਹੀ ਸੁੱਕੀ ਐਰਿਡ ਡਰਾਈ ਕੰਡੀਸ਼ਨ ਦੇ ਵਿੱਚ ਸਰਵਾਈਵ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ ਫੋਰ ਐਗਜ਼ਾਮਪਲ ਓਪਨਸ਼ੀਆ ਜਿਹਨੂੰ ਆਪਾਂ ਕੈਕਟਸ ਵੀ ਕਹਿੰਦੇ ਹਾਂ ਕਾਮਨ ਨੇਮ ਇਜ਼ ਕੈਕਟਸ ਇਸ ਪਲਾਂਟ ਦੇ ਵਿੱਚ ਕਿਹੜੀਆਂ ਅਡੈਪਟੇਸ਼ਨਸ ਹੁੰਦੀਆਂ ਨੇ ਇਹਨਾਂ ਵਿੱਚ ਜਿਹੜੀ ਸਟੈਮ ਹੁੰਦੀ ਹੈ ਉਹ ਮੋਡੀਫਾਈ ਹੁੰਦੀ ਹੈ ਟੂ ਫਾਰਮ ਦ ਫੰਕਸ਼ਨ ਆਫ ਫੋਟੋਸਿੰਥੇਸਿਸ ਮਤਲਬ ਅਦਰਵਾਈਜ਼ ਬਾਕੀ ਪਲਾਂਟਸ ਦੇ ਵਿੱਚ ਨਾਰਮਲੀ ਜਿਹੜੇ ਪੱਤੇ ਹੁੰਦੇ ਨੇ ਉਹ ਫੋਟੋਸਿੰਥੇਸਿਸ ਕਰਦੇ ਨੇ ਬਟ ਸਟੈਮ ਓਪਨਸ਼ੀਆ ਦੇ ਵਿੱਚ ਫੋਟੋਸਿੰਥੇਸਿਸ ਦਾ ਕੰਮ ਕਰਦੀ ਹੈ ਔਰ ਇਸ ਮੋਡੀਫਾਈਡ ਸਟੈਮ ਨੂੰ ਆਪਾਂ ਕੀ ਕਹਿੰਦੇ ਹਾਂ ਫਿਲੋਕਲੈਡਸ ਇਹ ਸਵੋਲਨ ਪਾਰਟ ਹੁੰਦਾ ਹੈ ਅਗਰ ਤੁਸੀਂ ਕਦੇ ਕੈਕਟਸ ਦਾ ਪਲਾਂਟ ਦੇਖਿਆ ਹੋਵੇ ਘਰਾਂ 'ਚ ਲੱਗਿਆ ਹੋਇਆ ਜਾਂ ਆਪਣੇ ਗਾਰਡਨ ਦੇ ਵਿੱਚ ਸਕੂਲਸ ਦੇ ਵਿੱਚ ਤਾਂ ਉੱਥੇ ਤੁਹਾਨੂੰ ਸਵੋਲਨ ਪਾਰਟ ਨਜ਼ਰ ਆਊਗਾ ਜਿਹਦੇ ਉੱਪਰ ਕੰਡੇ ਲੱਗੇ ਹੁੰਦੇ ਨੇ ਔਰ ਉਹ ਸਵੋਲਨ ਪਾਰਟ ਨੂੰ ਆਪਾਂ ਕੀ ਕਹਿੰਦੇ ਆ ਫਿਲੋਕਲੈਡਸ ਸੈਕੰਡ ਇਜ਼ ਦ ਲੀਵਸ ਜਿਹੜੇ ਇਹਨਾਂ ਵਿੱਚ ਪੱਤੇ ਹੁੰਦੇ ਨੇ ਦੇ ਆਰ ਮੋਡੀਫਾਈਡ ਇਨਟੂ ਸਪਾਈਨਸ ਮਤਲਬ ਪੱਤੇ ਨਹੀਂ ਹੁੰਦੇ ਰਿਡਿਊਸਡ ਲੀਫ ਹੁੰਦੇ ਨੇ ਔਰ ਉਹ ਸਪਾਈਨਸ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਤਾਂ ਕਿ ਇਹਨਾਂ ਦੇ ਵਿੱਚੋਂ ਟਰਾਂਸਪੀਰੇਸ਼ਨ ਦੇ ਰਾਹੀਂ ਵਾਟਰ ਲੋਸ ਘਟ ਜਾਵੇ they have sunken stomata otherwise stomata are present on the epidermis of the leaf but in these plant the stomata are sunken means these are present below the epidermis ਹੈਗੀ ਹੈ ਲੀਫ ਦੇ ਸਪਾਈਨਸ ਦੇ ਵਿੱਚ ਬਟ ਉਹ ਜਿਹੜੀ ਐਪੀਡਰਮਿਸ ਹੈ ਉਹ ਕਿੱਥੇ ਹੈ ਬਿਲਕੁਲ ਜਿਹੜੇ ਸਟੋਮੇਟਾ ਨੇ ਉਹ ਕਿੱਥੇ ਨੇ ਬਿਲਕੁਲ ਐਪੀਡਰਮਿਸ ਤੋਂ ਨੀਚੇ ਤਾਂ ਕਿ ਪਾਣੀ ਦੇ ਡਾਇਰੈਕਟ ਲੋਸ ਨੂੰ ਬਿਲਕੁਲ ਘੱਟ ਕੀਤਾ ਜਾ ਸਕੇ ਅਗਰ ਤੁਹਾਨੂੰ ਓਪਨਸ਼ੀਆ ਨਹੀਂ ਦੇਖਿਆ ਕਿਸੇ ਨੇ ਸੋ ਦਿਸ ਇਜ਼ ਓਪਨਸ਼ੀਆ ਔਰ ਕੈਕਟਸ ਇਹ ਇਸ ਦੇ ਫਰੂਟਸ ਨੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਚੈਰੀਡ ਕਲਰ ਦੇ ਐਂਡ ਥੀਸ ਆਰ ਐਡੀਬਲ ਆਲਸੋ ਇਹ ਬਹੁਤ ਹੀ ਨਿਊਟ੍ਰੀਸ਼ੀਅਸ ਹੁੰਦੇ ਨੇ ਅਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਈਟਾਮਿਨ ਅਤੇ ਮਿਨਰਲ ਕੰਟੈਂਟ ਵੀ ਹੁੰਦਾ ਨੇ ਅਤੇ ਇਹ ਜਿਹੜੇ ਤੁਹਾਨੂੰ ਕੰਡੇ ਜਿਹੇ ਦਿਖ ਰਹੇ ਨੇ ਦੀਜ਼ ਆਰ ਦ ਸਪਾਈਨਸ ਔਰ ਮੋਡੀਫਾਈਡ ਲੀਵਸ ਜਿਹੜਾ ਗ੍ਰੀਨ ਕਲਰ ਦਾ ਸਵੋਲਨ ਪੱਤੇ ਵਰਗਾ ਸਟਰਕਚਰ ਦਿਖ ਰਿਹਾ ਇਹ ਵਾਲਾ ਸਾਰਾ ਦਿਸ ਇਜ਼ ਦ ਫਿਲੋਕਲੈਡ ਨਾਓ ਅਡੈਪਟੇਸ਼ਨਸ ਇਨ ਜ਼ੀਰੋਫਿਟਿਕ ਐਨੀਮਲਸ again xerophytic animals are those animals which can survive well in extremely dry conditions ਜਿਹੜੇ ਬਿਲਕੁਲ ਹੀ ਪਾਣੀ ਦੀ ਦਿੱਕਤ ਦੇ ਵਿੱਚ ਆਪਣੇ ਆਪ ਨੂੰ ਬਹੁਤ ਹੀ ਬਖੂਬੀ ਢੰਗ ਦੇ ਨਾਲ ਸਰਵਾਈਵ ਕਰਵਾ ਰਹੇ ਨੇ ਫੋਰ ਐਗਜ਼ਾਮਪਲ ਕੈਂਗਰੂ ਰੈਟ ਇਸ ਤਰ੍ਹਾਂ ਦੇ ਜਾਨਵਰਾਂ ਦੇ ਵਿੱਚ ਕਿਹੋ ਜਿਹੀਆਂ ਅਡੈਪਟੇਸ਼ਨਸ ਹੁੰਦੀਆਂ ਨੇ ਇਟ ਕੈਨ ਮੀਟ ਇਟਸ ਵਾਟਰ ਰਿਕੁਆਇਰਮੈਂਟ ਬਾਈ ਫੈਟ ਆਕਸੀਡੇਸ਼ਨ
फैट ऑक्सीडेशन सारिਆਂ ਦੇ ਵਿੱਚ ਹੁੰਦੀ ਹੈ। ਆਕਸੀਡੇਸ਼ਨ ਆਫ ਫੈਟ ਮਤਲਬ ਫੈਟ ਜਦੋਂ ਟੁੱਟਦਾ ਆਪਣੀ ਬੋਡੀ ਦੇ ਵਿੱਚ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਤਾਂ ਉਸ ਤੋਂ એનર્ਜੀ ਜਨਰੇਟ ਹੁੰਦੀ ਹੈ ਐਂਡ ਐਜ਼ ਅ ਬਾਈ ਪ੍ਰੋਡਕਟ ਉਹਦੇ ਵਿੱਚ ਕੀ ਜਨਰੇਟ ਹੁੰਦਾ ਹੈ ਵਾਟਰ। ਤਾਂ ਉਹਨੇ ਕੀ ਵਾਟਰ ਨਾਲ ਆਪਣੀ ਕਮੀ ਨੂੰ ਵਾਟਰ ਦੀ ਕਮੀ ਨੂੰ ਪੂਰਾ ਕਰ ਲੈਂਦੇ ਨੇ। ਸੈਕਿੰਡ ਇਜ਼ ਇਟ ਕੈਨ ਕੰਸਨਟ੍ਰੇਟ ਇਟਸ ਯੂਰਿਨ ਬਾਈ ਮੈਟਾਬੋਲਿਜ਼ਮ। ਇਹਨਾਂ ਦਾ ਜੋ ਯੂਰਿਨ ਹੁੰਦਾ ਬਹੁਤ ਜ਼ਿਆਦਾ ਕੰਸਨਟ੍ਰੇਟਿਡ ਹੁੰਦਾ, ਹਾਈਲੀ ਕੰਸਨਟ੍ਰੇਟਿਡ ਮੀਨਸ ਉਹਦੇ ਵਿੱਚ ਵਾਟਰ ਕੰਟੈਂਟ ਬਹੁਤ ਜ਼ਿਆਦਾ ਘੱਟ ਹੁੰਦਾ ਹੈ, ਜਿਹਦੇ ਕਰਕੇ ਇਹ ਆਪਣੇ ਵਾਟਰ ਲੋਸ ਦੀ ਕਮੀ ਨੂੰ ਪੂਰਾ ਕਰ ਲੈਂਦੇ ਨੇ। ਨੈਕਸਟ ਇਹਨਾਂ ਦੀ ਸਕਿਨ ਬਹੁਤ ਜ਼ਿਆਦਾ ਡਰਾਈ ਹੁੰਦੀ ਹੈ ਔਰ ਅਗਰ ਕਦੇ ਪਸੀਨਾ ਆਉਂਦਾ ਵੀ ਹੈ ਤਾਂ ਉਹ ਪਸੀਨਾ ਬਾਹਰ ਨਹੀਂ ਜਾ ਪਾਉਂਦਾ ਕਿਉਂਕਿ ਸਕਿਨ ਬਹੁਤ ਜ਼ਿਆਦਾ ਡਰਾਈ ਹੈ, ਜਿਹਦੇ ਕਰਕੇ ਸਕਿਨ ਥੋੜ੍ਹੀ ਸਕੇਲੀ ਹੋਏਗੀ ਔਰ ਉਹਦੇ ਵਿੱਚੋਂ ਵਾਟਰ ਲੋਸ ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਦਿਸ ਇਜ਼ ਦ ਕੈਂਗਰੂ ਰੈਟ, ਯੂ ਕੈਨ ਸੀ ਇਹ ਹਾਲੇ ਵੀ ਬਹੁਤ ਜ਼ਿਆਦਾ ਡਰਾਈ ਕੰਡੀਸ਼ਨ ਦੇ ਉੱਪਰ ਬਿਲਕੁਲ ਰੇਤ ਦੇ ਵਿੱਚ ਹੀ ਬੈਠਾ ਹੈ। ਅਗੇਨ ਇਜ਼ ਅਡੈਪਟੇਸ਼ਨਸ ਇਨ ਪੈਰਾਸਿਟਿਕ ਐਨੀਮਲਸ। ਪੈਰਾਸਾਈਟਸ ਕਿਆ ਹੁੰਦੇ ਨੇ? ਪੈਰਾਸਾਈਟਸ ਉਹ ਆਰਗੈਨਿਜ਼ਮਸ ਨੂੰ ਕਹਿੰਦੇ ਆਪਾਂ ਜਿਹੜੇ ਕਿਸੇ ਹੋਰ ਆਰਗੈਨਿਜ਼ਮ ਦੇ ਉੱਪਰ ਡਿਪੈਂਡ ਕਰਦੇ ਨੇ ਫॉर ਇਟਸ ਫੂਡ ਐਂਡ ਨਿਊਟ੍ਰੀਸ਼ਨ। ਇਹਨਾਂ ਨੂੰ ਆਪਣਾ ਖਾਣਾ ਖੁਦ ਨਹੀਂ ਬਣਾਉਣਾ ਆਉਂਦਾ, ਨਾ ਹੀ ਆਪਣਾ ਖਾਣਾ ਕਿਸੇ ਤੋਂ ਡਾਇਰੈਕਟਲੀ ਐਜ਼ ਅ ਕੰਜ਼ਿਊਮਰ ਓਬਟੇਨ ਕਰਨਾ ਆਉਂਦਾ ਹੈ। ਇਹ ਦੂਸਰੇ ਆਰਗੈਨਿਜ਼ਮ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਆਪਣਾ ਖਾਣਾ ਓਬਟੇਨ ਕਰਦੇ ਨੇ। ਦੇ ਮੇ ਬੀ ਐਕਟੋਪੈਰਾਸਾਈਟ। ਅਗਰ ਇਹ ਕਿਸੇ ਆਰਗੈਨਿਜ਼ਮ ਦੀ ਸਰਫੇਸ ਦੇ ਉੱਪਰ ਰਹਿੰਦੇ ਨੇ, ਬੋਡੀ ਸਰਫੇਸ ਦੇ ਉੱਪਰ ਰਹਿੰਦੇ ਨੇ ਤਾਂ ਐਕਟੋਪੈਰਾਸਾਈਟਸ ਨੇ। ਅਗਰ ਇਹ ਉਸ ਆਰਗੈਨਿਜ਼ਮ ਦੇ ਅੰਦਰ ਰਹਿਣਾ ਪਸੰਦ ਕਰਦੇ ਨੇ ਹੋਸਟ ਦੇ ਤਾਂ ਇਹਨੂੰ ਆਪਾਂ ਐਂਡੋਪੈਰਾਸਾਈਟਸ ਕਹਿੰਦੇ ਹਾਂ। ਐਕਟੋਪੈਰਾਸਾਈਟ ਦੀ ਐਗਜ਼ਾਮਪਲ ਹੈਗੀ ਆਪਣੇ ਕੋਲ ਲਾਈਸ, ਜੂੰ ਜਿਹੜੇ ਆਪਣੇ ਬਾਲਾਂ ਦੇ ਵਿੱਚ ਪੈਂਦੀਆਂ ਨੇ, ਅਤੇ ਫਲੈਟ ਵਰਮਸ ਹੈਗੀ ਆਪਣੇ ਕੋਲ ਐਂਡੋਪੈਰਾਸਾਈਟ ਦੀ ਐਗਜ਼ਾਮਪਲ। ਐਂਡੋਪੈਰਾਸਾਈਟਸ ਜਿਹੜੇ ਆਪਣੇ ਅੰਦਰ ਰਹਿੰਦੇ ਨੇ ਅਤੇ ਜਿਹੜੇ ਫਲੈਟ ਵਰਮਸ ਨੇ, ਅੱਗੇ ਤੁਹਾਨੂੰ ਫੋਟੋ ਵੀ ਦਿਖ ਰਹੀ ਹੈ ਆ ਫਲੈਟ ਵਰਮ ਦੀ, ਤਾਂ ਜਿਹੜੇ ਫਲੈਟ ਵਰਮਸ ਨੇ ਇਹ ਆਪਣੇ ਇੰਟੈਸਟਾਈਨ ਦੇ ਵਿੱਚ ਰਹਿੰਦੇ ਨੇ ਔਰ ਇਹ ਕਿਵੇਂ ਰਹਿ ਸਕਦੇ ਨੇ? ਦੀਜ਼ ਆਰ ਦਾ ਫੋਲੋਇੰਗ ਅਡੈਪਟੇਸ਼ਨਸ। ਦੇ ਹੈਵ ਐਡਹਿਸਿਵ ਪੈਡਸ ਟੂ ਸਟਿਕ ਟੂ ਦੇਅਰ ਹੋਸਟ। ਇਹ ਆਪਣੇ ਹੋਸਟ ਨਾਲ ਚਿਪਕ ਜਾਂਦੇ ਨੇ, ਚਾਹੇ ਉਹ ਆਪਣੇ ਸਿਰ ਦੀ ਜੂੰ ਹੋਵੇ, ਚਾਹੇ ਉਹ ਆਪਣੇ ਇੰਟੈਸਟਾਈਨ ਦੇ ਅੰਦਰ ਫਲੈਟ ਵਰਮ ਹੋਵੇ। ਇਹਨਾਂ ਦੇ ਕੋਲ ਕੀ ਹੋਣਗੇ? ਐਡਹਿਸਿਵ ਪੈਡਸ, ਮਤਲਬ ਜਿਹੜੇ ਚੀਜ਼ ਨਾਲ ਇਹਨਾਂ ਨੇ ਸਟਿਕ ਕਰਨਾ ਬੋਡੀ ਦੇ ਵਿੱਚ ਆਪਣੀ, ਉਹ ਚਿਪਕਦਾਰ ਹੁੰਦੇ ਨੇ, ਥੋੜ੍ਹੇ ਜਿਹੇ ਬੂੰਦਦਾਰ ਹੁੰਦੇ ਨੇ। ਦੇ ਹੈਵ ਸਕਰਸ ਟੂ ਸਕ ਦਾ ਬਲੱਡ ਆਫ ਦਾ ਹੋਸਟ। ਇਹਨਾਂ ਕੋਲ ਐਜ਼ ਪ੍ਰੋਪਰ ਮਾਊਥ ਪਾਰਟਸ ਨਹੀਂ ਹੁੰਦੇ, ਮਾਊਥ ਦੀ ਜਗ੍ਹਾ 'ਤੇ ਇਹਨਾਂ ਕੋਲ ਸਕਰਸ ਹੁੰਦੇ ਨੇ ਜਿਹੜੇ ਬਲੱਡ ਨੂੰ, ਹੋਸਟ ਦੇ ਬਲੱਡ ਨੂੰ ਬਹੁਤ ਹੀ ਬਖੂਬੀ ਸਕ ਕਰ ਲੈਂਦੇ ਨੇ, ਚੂਸ ਲੈਂਦੇ ਨੇ। ਔਰ ਇਹਨਾਂ ਦਾ ਜੋ ਡਾਈਜੈਸਟਿਵ ਸਿਸਟਮ ਹੁੰਦਾ ਹੈ ਉਹ ਨਾ ਮਾਤਰ ਵਿਕਸਿਤ ਹੁੰਦਾ, ਮਤਲਬ ਉਹ ਵਿਕਸਿਤ ਹੀ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਹੈਗੀ, ਬਿਕੋਜ਼ ਦੇ ਡੋਂਟ ਹੈਵ ਟੂ ਡਾਈਜੈਸਟ ਦੇਅਰ ਓਨ ਫੂਡ। ਇਹਨਾਂ ਨੂੰ ਪਚਿਆ ਪਚਾਇਆ ਖਾਣਾ ਮਿਲਦਾ ਪਿਆ ਹੋਸਟ ਤੋਂ, ਇਹਨਾਂ ਨੂੰ ਆਪਣਾ ਖਾਣਾ ਵੀ ਪਚਾਉਣ ਦੀ ਜ਼ਰੂਰਤ ਨਹੀਂ ਹੈਗੀ। ਡੈਟਸ ਵਾਈ ਦੇ ਆਰ ਨੋਨ ਐਜ਼ ਪੈਰਾਸਾਈਟਸ। ਤੁਸੀਂ ਦੇਖ ਸਕਦੇ ਹੋ ਦਿਸ ਇਜ਼ ਟੇਪ ਵਰਮ। ਇਹ ਆਪਣੇ ਇੰਟੈਸਟਾਈਨ ਦੇ ਵਿੱਚ ਹੁੰਦਾ। ਜਦੋਂ ਆਪਾਂ ਕਹਿੰਦੇ ਹਾਂ ਕਿ ਕਿਸੇ ਦੇ ਪੇਟ ਵਿੱਚ ਕੀੜੇ ਚਲੇ ਗਏ ਨੇ, ਉਹਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈ, ਤਾਂ ਉਸ ਟਾਈਮ ਉਹਦੇ ਪੇਟ ਦੇ ਵਿੱਚ ਕਿਆ ਹੁੰਦਾ ਹੈ? ਟੇਪ ਵਰਮ ਦੀ ਇਨਫੈਕਸ਼ਨ ਹੁੰਦੀ ਹੈ, ਕਿਉਂਕਿ ਸਾਰਾ ਖਾਣਾ ਜੋ ਵੀ ਆਪਾਂ ਡਾਈਜੈਸਟ ਕੀਤਾ ਹੁੰਦਾ ਉਹ ਆਪਣੇ ਬਲੱਡ ਵਿੱਚ ਨਾ ਜਾਂਦੇ ਹੋਏ ਇਹਦੇ ਅੰਦਰ ਚਲਾ ਜਾਂਦਾ ਹੈ। ਇਸ ਕਰਕੇ ਆਰਗੈਨਿਜ਼ਮ ਨੂੰ ਦੁਬਾਰਾ ਭੁੱਖ ਲੱਗੀ ਜਾਊਗੀ ਔਰ ਸਾਰਾ ਖਾਣਾ ਇਹਨੂੰ ਓਬਟੇਨ ਹੁੰਦਾ ਰਹੇਗਾ। ਦਿਸ ਇਜ਼ ਲਾਈਸ। ਇਹ ਸਿਰ ਦੀ ਜੂਆਂ ਨੇ, ਬਹੁਤ ਹੀ ਕਹਿੰਦੀ ਹਾਈਲੀ ਮੈਗਨੀਫਾਈਡ ਪਿਕਚਰ ਆ ਉਰੇ, ਆ ਬਾਲਾਂ ਦੇ ਵਿੱਚ ਬੈਠੀਆਂ ਨੇ ਇਹ, ਔਰ ਇਹ ਆਪਣੇ ਸਕਾਲਪ ਤੋਂ, ਆਪਣੇ ਸਿਰ ਤੋਂ ਖੂਨ ਚੂਸਦੀਆਂ ਰਹਿੰਦੀਆਂ ਨੇ। ਦੈਨ ਅਡੈਪਟੇਸ਼ਨਸ ਇਨ ਪੈਰਾਸਿਟਿਕ ਪਲਾਂਟਸ। ਕੁਝ ਪਲਾਂਟਸ ਨੇ ਜਿਹੜੇ ਇਸ ਤਰ੍ਹਾਂ ਦਾ ਮੋਡ ਆਫ ਨਿਊਟ੍ਰੀਸ਼ਨ ਨੂੰ ਅਪਣਾ ਲੈਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਫੋਟੋਸਿੰਥੇਸਿਸ ਕਰਨ ਦੀ ਕੈਪੇਬਿਲਿਟੀ ਲੋ ਹੈ। ਲੋ ਕਿਉਂ ਹੈ? ਕਿਉਂਕਿ ਕੰਡੀਸ਼ਨਸ ਫੇਵਰੇਬਲ ਨਹੀਂ ਹੈਗੀਆਂ, ਉਹਨੂੰ ਸਨਲਾਈਟ ਪ੍ਰੋਪਰ ਨਹੀਂ ਮਿਲ ਰਹੀ, ਉਹਨਾਂ ਨੂੰ ਪਾਣੀ ਹੋ ਸਕਦਾ ਉਹਨਾਂ ਨੂੰ ਪਾਣੀ ਨਾ ਮਿਲ ਰਿਹਾ ਹੋਵੇ, ਹੋ ਸਕਦਾ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਦੀ ਕਮੀ ਹੋਵੇ। ਇਹੋ ਜਿਹੀਆਂ ਕੁਝ ਕੰਡੀਸ਼ਨਸ ਜੋ ਐਨਵਾਇਰਮੈਂਟਲ ਕੰਡੀਸ਼ਨਸ ਨੇ, ਇਹਨਾਂ ਦੀ ਕਮੀ ਕਰਕੇ ਕੁਝ ਪਲਾਂਟਸ ਪੈਰਾਸਿਟਿਕ ਮੋਡ ਆਫ ਨਿਊਟ੍ਰੀਸ਼ਨ ਅਪਣਾ ਲੈਂਦੇ ਨੇ। ਫੋਰ ਐਗਜ਼ਾਮਪਲ ਕਸਕਿਊਟਾ, ਅਮਰਬੇਲ, ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਨਾਮ ਪੱਕਾ, ਜਾਂ ਫਿਰ ਕਦੇ ਦੇਖੀ ਵੀ ਹੋਏਗੀ। ਇਹਦੇ ਵਿੱਚ ਕਿਆ ਅਡੈਪਟੇਸ਼ਨਸ ਹੁੰਦੀਆਂ ਨੇ? ਇਹਨੇ ਆਪਣਾ ਮੋਡ ਆਫ ਨਿਊਟ੍ਰੀਸ਼ਨ ਕਿਆ ਕਰ ਲਿਆ? ਫੋਟੋਸਿੰਥੈਟਿਕ, ਨੋਨ ਫੋਟੋਸਿੰਥੈਟਿਕ ਕਰ ਲਿਆ ਫੋਟੋਸਿੰਥੈਟਿਕ ਤੋਂ, ਕਿਉਂਕਿ ਅਗਰ ਕੰਡੀਸ਼ਨਸ ਫੇਵਰੇਬਲ ਹੁੰਦੀਆਂ ਨੇ ਇਹ ਫੋਟੋਸਿੰਥੇਸਿਸ ਵੀ ਕਰ ਸਕਦੀ ਹੈ, ਬਟ ਇਹਦੇ ਕੋਲ
ਸਨਲਾਈਟ ਨਹੀਂ ਮਿਲਦੀ ਇਹਨੂੰ, ਤਾਂ ਇਸ ਕਰਕੇ ਇਹ ਨੋਨ ਫੋਟੋਸਿੰਥੈਟਿਕ ਮੋਡ ਆਫ ਨਿਊਟ੍ਰੀਸ਼ਨ ਅਪਣਾਉਂਦੀ ਹੈ। ਮੀਨਸ ਦੇ ਆਰ ਏ ਕਲੋਰੋਫਿਲਸ। ਇਹ ਕਿਆ ਨੇ? ਏ ਕਲੋਰੋਫਿਲਸ। ਇਹਨਾਂ ਕੋਲ ਕਲੋਰੋਪਲਾਸਟ ਹੀ ਨਹੀਂ ਹੈਗਾ। ਦੈਨ ਦੇ ਆਰ ਕਲਿੰਗ ਟੂ ਦੇਅਰ ਹੋਸਟ ਬਾਏ ਹੋਸਟੋਰੀਆ। ਇਹ ਆਪਣੇ ਹੋਸਟ ਦੇ ਨਾਲ ਹੋਸਟੋਰੀਆ, ਜੋ ਕਿ ਸੈਲਸ ਦੀ ਮੋਡੀਫਿਕੇਸ਼ਨ ਹੁੰਦੀ ਹੈ, ਸਪੈਸ਼ਲਾਈਜ਼ਡ ਸੈਲਸ ਹੁੰਦੇ ਨੇ ਹੋਸਟੋਰੀਆ, ਉਹਨਾਂ ਦੇ ਨਾਲ ਆਪਣੇ ਹੋਸਟ ਦੇ ਅੰਦਰ ਚਿਪਕ ਜਾਂਦੇ ਨੇ, ਅੰਦਰ ਪੀਅਰਸ ਕਰ ਜਾਂਦੇ ਨੇ, ਅੰਦਰ ਖੁੱਭ ਜਾਂਦੇ ਨੇ, ਸੋ ਡੈਟ ਉਹਨਾਂ ਦੇ ਫਲੋਇਮ ਦੇ ਵਿੱਚੋਂ ਇਹ ਸਾਰਾ ਨਿਊਟ੍ਰੀਸ਼ਨ ਓਬਟੇਨਡ ਕਰਦੇ ਰਹਿਣ। ਇਹ ਤੁਹਾਨੂੰ ਦਿਖ ਰਹੀ ਹੈ ਕਸਕਿਊਟਾ ਅਮਰਬੇਲ, ਜਿਹੜੀ ਕਿ ਯੈਲੋ ਕਲਰ ਦੀ ਹੈ। ਜਿਹੜਾ ਗ੍ਰੀਨ ਕਲਰ ਦਾ ਇਹਦਾ ਹੋਸਟ ਪਲਾਂਟ ਹੈ। ਜਿਹੜੀ ਆ ਯੈਲੋ ਕਲਰ ਦੇ ਵਿੱਚ ਲਾਈਨਸ ਦਿਖ ਰਹੀਆਂ ਨੇ, ਦਿਸ ਇਜ਼ ਦੀ ਅਮਰਬੇਲ। ਇਹ ਕਲੋਰੋਫਿਲਸ ਮੈਂ ਤੁਹਾਨੂੰ ਦੱਸਤਾ ਕਿ ਇਹਦੇ ਕੋਲ ਕਲੋਰੋਪਲਾਸਟ ਨਹੀਂ ਹੁੰਦਾ, ਜਿਹਦੇ ਕਰਕੇ ਦਿਸ ਇਜ਼ ਨਾਟ ਗ੍ਰੀਨ ਇਨ ਕਲਰ। ਨੈਕਸਟ ਹੈਗਾ ਅਡੈਪਟੇਸ਼ਨਸ ਡਿਊ ਟੂ ਬਿਹੇਵੀਅਰਲ ਰਿਸਪੌਂਸਿਸ। ਇਹਦੀ ਐਗਜ਼ਾਮਪਲ ਹੈਗੀ ਹੈ ਡੈਜ਼ਰਟ ਲੀਜ਼ਰਡ। ਜਿਹੜੀ ਡੈਜ਼ਰਟ ਲੀਜ਼ਰਡ ਹੈ, ਇਹ ਆਪਣੇ ਬੋਡੀ ਟੈਂਪਰੇਚਰ ਨੂੰ ਰੈਗੂਲੇਟ ਕਰਨ ਦੇ ਵਿੱਚ ਅਸਮਰਥ ਹੈ। ਇਹਦੇ ਕੋਲ ਇਹ ਕੈਪੇਬਿਲਿਟੀ ਨਹੀਂ ਹੈਗੀ ਬਿਕੋਜ਼ ਇਟ ਇਜ਼ ਅ ਰੈਪਟਾਈਲ। ਆਪਾਂ ਪਿਛਲੇ ਪਾਰਟ ਦੇ ਵਿੱਚ ਪੜ੍ਹਿਆ ਸੀਗਾ ਕਿ ਜਿਹੜੇ ਮੈਮਲਸ ਤੇ ਏਵਸ ਹੁੰਦੇ ਨੇ ਦੇ ਕੈਨ ਰੈਗੂਲੇਟ ਦੇਅਰ ਬੋਡੀ ਟੈਂਪਰੇਚਰ ਐਂਡ ਦਾ ਪ੍ਰੋਸੈਸ ਇਜ਼ ਨੋਨ ਐਜ਼ ਹੋਮੋਸਟੈਸਿਸ। ਬਟ ਇਹ ਰੈਪਟਾਈਲਸ ਨੇ ਤਾਂ ਆਪਣੇ ਬੋਡੀ ਟੈਂਪਰੇਚਰ ਨੂੰ ਰੈਗੂਲੇਟ ਨਹੀਂ ਕਰ ਸਕਦੇ, ਬਟ ਫਿਰ ਵੀ ਇਹਨੂੰ ਆਪਣੇ ਬੋਡੀ ਟੈਂਪਰੇਚਰ ਨੂੰ ਮੇਨਟੇਨ ਕਰਨਾ ਆਉਂਦਾ ਹੈ। ਐਂਡ ਹਾਊ ਇਟ ਕੈਨ ਮੇਨਟੇਨ ਬੋਡੀ ਟੈਂਪਰੇਚਰ? ਇਟ ਬਾਸਕ ਇਨ ਦਾ ਸਨ। ਇਹ ਕੀ ਕਰਦੀ ਹੈ? ਡੈਜ਼ਰਟ ਏਰੀਆ ਦੇ ਵਿੱਚ ਰਹਿੰਦੀ ਹੈ, ਸੁੱਕੀ ਕੰਡੀਸ਼ਨ ਦੇ ਵਿੱਚ ਰਹਿੰਦੀ ਹੈ, ਉੱਥੇ ਇਹਨੂੰ ਧੁੱਪ ਬਹੁਤ ਜ਼ਿਆਦਾ ਮਿਲ ਜਾਂਦੀ ਹੈ, ਤਾਂ ਇਹ ਆਪਣੀ ਬਰੋ ਦੇ ਵਿੱਚੋਂ ਬਾਹਰ ਨਿਕਲ ਕੇ ਸਨ ਬਾਸਕਿੰਗ ਕਰਦੀ ਹੈ, ਧੁੱਪ ਸੇਕਦੀ ਹੈ ਬਹੁਤ ਜ਼ਿਆਦਾ। ਜਦੋਂ ਇਹਦੀ ਬੋਡੀ ਹੀਟ ਨੂੰ ਐਬਜ਼ੋਰਬ ਕਰ ਲੈਂਦੀ ਹੈ, ਇਹ ਆਪਣੀ ਸ਼ੈਡੀ ਪਲੇਸ ਦੇ ਵਿੱਚ, ਆਪਣੀ ਬਰੋ ਦੇ ਵਿੱਚ ਚਲੀ ਜਾਂਦੀ ਹੈ ਔਰ ਆਪਣੀ ਬੋਡੀ ਦੇ ਵਿੱਚੋਂ ਹੀਟ ਕੱਢ ਕੇ ਆਪਣੇ ਹੈਬੀਟੇਟ ਨੂੰ ਗਰਮ ਕਰ ਦਿੰਦੀ ਹੈ, ਆਪਣੀ ਬਰੋ ਨੂੰ ਗਰਮ ਕਰ ਦਿੰਦੀ ਹੈ। ਇਨ ਦਿਸ ਵੇ ਇਹਦਾ ਬਿਹੇਵੀਅਰ ਹੈ, ਇਹ ਪੂਰਾ ਦਿਨ ਜਾਂ ਦਿਨ ਦੇ ਕੁਝ ਘੰਟੇ ਸਨ ਬਾਸਕਿੰਗ ਕਰੇਗੀ। ਜਿਵੇਂ ਹੀ ਸੂਰਜ ਛਿਪਣ ਲੱਗਦਾ ਹੈ, ਇਹ ਆਪਣੇ ਬਰੋ ਦੇ ਵਿੱਚ ਭੱਜ ਕੇ ਚਲੀ ਜਾਂਦੀ ਹੈ ਔਰ ਜਿੰਨੀ ਵੀ ਹੀਟ ਇਹਨੇ ਐਬਜ਼ੋਰਬ ਕੀਤੀ ਹੁੰਦੀ ਹੈ ਉੱਥੇ ਜਾ ਕੇ ਐਮਿਟ ਕਰ ਦਿੰਦੀ ਹੈ, ਤਾਂ ਕਿ ਜਿਹੜੀ ਰਾਤ ਭਰ ਹੈ ਇਹਦੀ ਬਰੋ ਠੰਡੀ, ਜ਼ਿਆਦਾ ਠੰਡੀ ਨਾ ਰਹੇ ਔਰ ਉਹਦੇ ਬੋਡੀ ਟੈਂਪਰੇਚਰ ਦੇ ਨਾਲ ਮੈਚ ਹੋ ਜਾਵੇ, so that it can survive in that condition. So this is a desert lizard. Next is adaptations in polar areas or permafrost areas. Permafrost areas ਕਿਹੜੇ ਨੇ? polar areas means north pole, south pole, ਜਿੱਥੇ ਸਾਰਾ ਸਾਲ ਬਰਫ਼ ਨਾਲ ਢਕਿਆ ਰਹਿੰਦਾ ਸਾਰਾ ਕੁਝ ਤੇ ਬਹੁਤ ਹੀ ਜਿੱਥੇ ਘੱਟ ਗਰਮੀ ਪੈਂਦੀ ਹੈ। ਇਹਨਾਂ ਕੋਲ ਕਿਆ ਅਡੈਪਟੇਸ਼ਨਸ ਨੇ? ਦੇ ਹੈਵ ਥਿਕ ਲੇਅਰ ਆਫ ਫੈਟ। ਇਹਨਾਂ ਦੀ ਸਕਿਨ ਦੇ ਨੀਚੇ ਫੈਟ ਦੀ ਇੱਕ ਬਹੁਤ ਹੀ ਮੋਟੀ ਲੇਅਰ ਬਣੀ ਹੁੰਦੀ ਹੈ, ਵਿਚ ਐਕਟਸ ਐਜ਼ ਐਨ ਇਨਸੂਲੇਟਰ ਟੂ ਰਿਡਿਊਸ ਹੀਟ ਲੋਸ ਫਰੋਮ ਦਾ ਬੋਡੀ, ਜਿਸ ਕਰਕੇ ਇਹਨਾਂ ਦੀ ਬੋਡੀ ਦੇ ਵਿੱਚੋਂ ਬਹੁਤ ਹੀ ਘੱਟ ਹੀਟ ਲੋਸ ਹੁੰਦਾ ਹੈ। ਫੋਰ ਐਗਜ਼ਾਮਪਲ seal, you can see this is the seal. ਜਿਹੜੀ ਇਹਦੀ ਸਕਿਨ ਹੈ ਇਹਦੇ ਨੀਚੇ ਬਲਬਰ ਜਾਂ ਇੱਕ ਫੈਟ ਦੀ ਮੋਟੀ ਲੇਅਰ ਦੀ ਪਰਤ ਹੈ। ਅਗਰ ਇਹ ਠੰਡੇ ਪਾਣੀ ਦੇ ਵਿੱਚ ਜਾਂ ਬਰਫ਼ ਦੇ ਨੀਚੇ ਜੋ ਪਾਣੀ ਹੈਗਾ ਉਹਦੇ ਨੀਚੇ ਵੀ ਰਹੂਗੀ ਤਾਂ ਵੀ ਇਹਦੀ ਬੋਡੀ ਨੂੰ ਕੁਝ ਨਹੀਂ ਹੁੰਦਾ, ਕਿਉਂਕਿ ਇਹਦੀ ਬੋਡੀ ਦੇ ਵਿੱਚੋਂ ਹੀਟ ਲਗਾਤਾਰ ਜਿਹੜੀ ਹੈਗੀ ਉਹ ਲੋਸ ਨਹੀਂ ਹੁੰਦੀ, ਕਿਉਂਕਿ ਜੋ ਫੈਟ ਦੀ ਇੱਕ ਲੇਅਰ ਹੈ ਉਹ ਹੀਟ ਲੋਸ ਨੂੰ ਘਟਾ ਦਿੰਦੀ ਹੈ। ਨੈਕਸਟ ਇਜ਼ ਇਹਦੇ ਨਾਲ ਹੀ ਜੋ ਹੋਰ ਮੈਮਲਸ ਰਹਿ ਰਹੇ ਨੇ ਠੰਡੇ ਏਰੀਆਜ਼ ਦੇ ਵਿੱਚ, ਅਗਰ ਤੁਸੀਂ ਉਹਨਾਂ ਨੂੰ ਉਹਦੇ ਅਬਜ਼ਰਵ ਕਰੋਗੇ ਕਦੇ ਠੰਡੇ ਕਿਸੇ ਇਲਾਕੇ ਦੇ ਉੱਪਰ ਜਾ ਕੇ, ਦੈਨ ਦੇ ਹੈਵ ਸ਼ਾਰਟਰ ਈਅਰਸ ਐਂਡ ਲਿੰਬਸ। ਉਹਨਾਂ ਦੇ ਜਿਹੜੇ ਕੰਨ ਨੇ ਅਤੇ ਉਹਨਾਂ ਦੇ ਜਿਹੜੇ ਹੱਥ ਪੈਰ ਨੇ ਉਹ ਬਹੁਤ ਜ਼ਿਆਦਾ ਛੋਟੇ ਹੁੰਦੇ ਨੇ ਐਜ਼ ਕੰਪੇਅਰ ਟੂ ਦੇਅਰ ਬੋਡੀ ਸਾਈਜ਼, ਸੋ ਡੈਟ ਇਟ ਕੈਨ ਮਿਨੀਮਾਈਜ਼ ਹੀਟ ਲੋਸ, ਤਾਂ ਕਿ ਉਹਨਾਂ ਦੀ ਬੋਡੀ ਦੇ ਵਿੱਚੋਂ ਹੀਟ ਲੋਸ ਘੱਟ ਹੋਵੇ। ਆਪਾਂ ਪਿੱਛੇ ਥਰਡ ਪਾਰਟ ਦੇ ਵਿੱਚ ਜਾਂ ਸੈਕਿੰਡ ਪਾਰਟ ਦੇ ਵਿੱਚ ਇਹ ਵੀ ਪੜ੍ਹਿਆ ਹੈ ਸਰਫੇਸ ਏਰੀਆ ਟੂ ਵੋਲਿਊਮ ਰੇਸ਼ੋ। ਆਪਾਂ ਉੱਥੇ ਹਮਿੰਗ ਬਰਡ ਦੀ ਐਗਜ਼ਾਮਪਲ ਪੜ੍ਹੀ ਸੀ, ਪੋਲਰ ਬੀਅਰ ਦੀ ਐਗਜ਼ਾਮਪਲ ਪੜ੍ਹੀ ਸੀਗੀ। ਤਾਂ ਇਹ ਵੀ ਇੱਕ ਕਾਰਨ ਹੈ ਕਿ ਜਿਹਦੇ ਕਰਕੇ ਜਿਹੜੇ ਜਾਨਵਰ ਅਪਰ ਏਰੀਆਜ਼ ਦੇ ਵਿੱਚ ਰਹਿਣਗੇ, ਹਿਲੀ ਏਰੀਆਜ਼ ਦੇ ਵਿੱਚ ਰਹਿਣਗੇ, ਉਹਨਾਂ ਦੇ ਕੰਨ ਛੋਟੇ ਹੋਣਗੇ ਅਤੇ ਉਹਨਾਂ ਦੇ ਹੱਥ ਪੈਰ ਵੀ ਛੋਟੇ ਹੁੰਦੇ ਨੇ। ਐਂਡ ਇਸ ਰੂਲ ਨੂੰ ਆਪਾਂ ਕਹਿੰਦੇ ਹਾਂ ਐਲਨਸ ਰੂਲ, ਕਿਉਂਕਿ ਸਭ ਤੋਂ ਪਹਿਲਾਂ ਐਲਨ ਨੇ ਹੀ ਆਪਾਂ ਨੂੰ ਇਹਦੇ ਬਾਰੇ ਦੱਸਿਆ ਸੀਗਾ ਔਰ ਇਹ ਉਸ ਦਿਨ ਤੋਂ ਹੀ ਇਹਦਾ ਨਾਮ ਪੈ ਗਿਆ ਐਲਨਸ
रूल कि जिन्ने भी मैमल्स कोल्डन एरिया विच रहणगे दे हैव शॉर्टर ईयर्स एंड लिम्स टू मिनिमाइज हीट लॉस एंड इट इज़ ऑल्सो अ वेरी इंपॉर्टेंट क्वेश्चन फॉर 1 मार्क. This is Allen's rule. Animal in cold areas usually have a minimum of exposed surface area, that is short legs, short tails and short ears. ਤੁਸੀਂ ਦੇਖ ਸਕਦੇ ਹੋ ਕੁਝ ਐਗਜ਼ਾਮਪਲਸ ਨੇ. ਆ ਬਲੈਕ ਟੇਲਡ ਜੈਕ ਰੈਪਿਡ ਹੈ, ਆਰਟਿਕ ਹੇਅਰ ਹੈ, ਆਰਟਿਕ ਫੌਕਸ ਹੈ ਤੇ ਗ੍ਰੇ ਫੌਕਸ ਹੈ. ਠੀਕ ਹੈ. ਇਹਦੀ ਬੋਡੀ ਦੇ ਕੰਪੈਰੀਟਿਵਲੀ ਜੋ ਇਹਦੇ ਕੰਨ ਤੇ ਪੂੰਛ ਨੇ ਤੇ ਲਿੰਬਸ ਨੇ ਉਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਛੋਟਾ ਹੁੰਦਾ ਹੈ. हाँ जी. क्या कदें तुसीं सोचा है कि वाई देयर इज़ अ ग्रेट डाइवर्सिटी इन हैबिटेट ऑफ लिविंग ऑर्गेनिजम्स. सम आर सर्वाइविंग इन परमाफ्रॉस्ट एरियाज वाइल अदर्स कैन लिव इन ड्राई कंडीशंस. अदर कैन लिव वेल इन डीप सीज इन हाइड्रो थर्मल वेंट्स एंड अदर्स इन द एयर. इन्नी जो वेरीएशनस जो डाइवर्सिटी आपां नूं इस धरती के उपर मिल रही है वो क्यों है. क्या तुसीं कदें इस चीज़ नूं सोचा है या तुसीं क्या इसका आंसर दे सकते हो. अगर मैनू इस चीज़ का आंसर देना पवे तो वो एक वर्ड है मेरे को, डैट इज़ मैटाबोलिज्म एंड द एंजाइम्स विच हैल्प इन द मैटाबोलिज्म. हर एक जो ऑर्गेनिज्म है वो बॉडी का एक अपना मैटाबोलिज्म है. क्लीयर. और उस मैटाबोलिज्म नू उस सैट ऑफ कैमिकल रिएक्शनस नू चलाउण वास्ते वो बॉडी दे विच क्या ने, एंजाइम्स ने. क्लीयर. और जिहड़े एंजाइम्स ने उस मैटाबोलिज्म नू चलाते पे ने वो ऑर्गेनिज्म जिथे ही उसका एवोल्यूशन होया, जिथे भी वो शुरू तो ही रहिंदा पिया वो उत्थे ही सर्वाइव करता आ रहा है. क्योंकि जिहड़ा उहदा मैटाबोलिज्म है उन्हें अपने आप नू उस पर्टिकुलर सैट ऑफ एनवायरमेंटल कंडीशन दे नाल अडैप्ट कर लिया. फॉर एग्जाम्पल वी द ह्यूमन बींग्स आपां क्या करते हैं, जिथे जाने आपां नू अगर कंडीशनस उहो जिहियां मिल जांदियां ने दैट इज़ वेल एंड गुड. अगर आपां नूं कंडीशनस उत्थे नहीं मिलदियां दैन वी हैव टू अडैप्ट. फॉर एग्जाम्पल अगर आप एक प्लेन एरिया तो ठंडे इलाके दे विच जा रहे हैं दिसंबर के महीने विच या जनवरी के महीने दे विच, तो ऑबवियसली वी नीड मोर एंड मोर स्वैटर्स विद अस. वी हैव टू कैरी. आपां नूं स्वैटर्स कैरी करने पैंदे ने, बहुत ज़्यादा आपां नूं ठंड लगदी है. अगर वही आपां किते राजस्थान चले जाइए जून के महीने दे विच तो आपां नूं बहुत ज़्यादा गर्मी लगूगी. उत्थे आपां जाके पक्खे की लोड़ पऊगी, एसी की लोड़ पऊगी. सो डैट वी कैन मेनटेन एन ऑप्टिमम टैंपरेचर ऑफ 37 डिग्री सैल्सीयस ताकि आप अपनी बॉडी का टैंपरेचर उन्ना ही रख सकीए. क्यों रख सकीए? क्योंकि अपनी बॉडी दे विच जिहड़ियां रिएक्शनस हो रही ने वो 37 डिग्री टैंपरेचर के उपर हो रही ने. एंड इट इज़ एज सिंपल इन ऑल द ऑर्गेनिजम्स. कोई भी ऑर्गेनिज्म जिथे रहना पसंद कर रहे हैं, चाहे वो पोलर एरियाज़ दे विच है बिल्कुल माइनस दे विच टैंपरेचर है, चाहे वो सहारा डेजर्ट दे विच है +50 दे विच टैंपरेचर है, तो जिहड़ी भी कंडीशन दे विच हैगा है वो सिर्फ इस करके सर्वाइव कर रहे हैं क्योंकि उहदे बॉडी टैंपरेचर ने उस एनवायरनमेंट दे नाल कॉप अप कर लिया. अगर कॉप अप नहीं करिया तो वो अडैप्ट करता पिया. क्लीयर. अडैप्ट कर रहे हैं, अडैप्टेशनस चलदियां रहिंदियां ने और वो अडैप्टेशनस जेनेटिकली उन्हां दे विच इंट्रोड्यूस हो जांदियां ने और जिहड़ियां अगे आने वाली जनरेशनस ने वो बहुत ही वधिया तरीके नाल उस कंडीशन दे विच सर्वाइव कर लैंदियां ने. आई होप तुहानूं ये टॉपिक समझ आ गया होएगा कि मैंने तुहानूं ये सारियां चीज़ां सोचण वास्ते क्यों कहियां ने. मीनस इसका यही जवाब है कि अगर अपना मैटाबोलिज्म उस पर्टिकुलर टैंपरेचर के उपर काम करना सही समझ रहा है या आपां नूं अपने जिहड़े एंजाइम्स ने वो सही तरीके नाल काम कर रहे हैं तो आपां किते भी कंडीशन दे विच सर्वाइव कर सकते हैं. ये तुसीं एग्जाम्पल अपने बॉडी के उपर भी देख सकते हो कि जो सीजनल वेरीएशनस आंदियां ने अपनी बॉडी दे विच, जदों गर्मी तो एकदम सर्दी आ जाती है, हुण गर्मी है होर ज़्यादा गर्मी हो जूगी नैक्सट मंथ तो अपने पखे कूलर एसी चल पैंदे ने. क्लीयर. ताकि अपना बॉडी टैंपरेचर उन्ना ही रवे, जिहड़े अपने अंदर एंजाइम्स काम कर रहे हैं वो उन्ने ही टैंपरेचर के उपर कर सकन. क्लीयर. अडैप्टेशनस की एक होर एग्जाम्पल हैगी है अजकल जिमें कोरोना वायरस चल रहा है कोविड-19. हुण इहदे विच भी क्या है, सिर्फ वही ऑर्गेनिज्म सर्वाइव कर रहे हैं विच कैन अडैप्ट, जिहड़े उस कोविड-19 नूं अडैप्ट कर रहे हैं. सिर्फ वही ऑर्गेनिज्म सर्वाइव कर रहे हैं. सर्वाइव कौन नहीं कर रहे? जिन्हां नूं कोविड-19 दे नाल अडैप्ट करना नहीं आ रहा.
ਜਿਨ੍ਹਾਂ ਦੀ ਬੋਡੀ ਉਸ ਨੂੰ ਨਹੀਂ ਝੇਲ ਪਾ ਰਹੀ, ਜਿਨ੍ਹਾਂ ਦੀ ਬੋਡੀ ਉਸ ਕੰਡੀਸ਼ਨ ਨੂੰ ਕੋਪ ਅਪ ਨਹੀਂ ਕਰ ਪਾ ਰਹੀ, ਦੇ ਹੈਵ ਟੂ ਡਾਈ। ਐਂਡ ਦਿਸ ਇਜ਼ ਦ ਰੂਲ ਵਿਚ ਵੀ studied in the chapter number 7, evolution. The last topic is adaptation in humans. This is one of the common adaptation. Otherwise there are so many adaptations in human beings. ਆਪਾਂ ਬਹੁਤ ਹੀ ਛੋਟੀ ਜੀ ਐਗਜ਼ਾਮਪਲ ਲੈ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। acute mountain sickness, ਇਹ ਤੁਸੀਂ ਬਹੁਤ ਹੀ ज़्यादा ऑब्जर्व किया होगा। जब आप कदे पहाड़ी इलाके ते जाने, किसी एलीवेशन के उपर, किसी एल्टीट्यूड के उपर चले जाने, किसी पहाड़ के उपर चले जाने, तो अपने जोड़े कन्न ने बंद होने लग जाते हैं। ठीक है जी। और जो कन्न बंद होंगे ने तो कुछ होर सिम्पटम्स भी ये आपां नूं देखण नूं मिलते हैं, लाइक नोजिया, दिल कच्चा होने लग जाता है, वॉमिटिंग उल्टी होने लग जाती है, ब्रैथलैसनैस, अगर आप पैदल चढ़ते जा रहे हैं तो आपको साह चढ़न लग जाता है बहुत ज़्यादा, ब्लॉकेज ऑफ ईयर्स, अपने कन्न बंद हो जाते हैं ड्यू टू एयर प्रैशर, क्योंकि एयर प्रैशर दे विच तब्दीली आती है। और ये सारिਆਂ ਨੂੰ ਆਪਾਂ एल्टीट्यूड सिकनेस भी कहने हैं। एक्यूट माउंटेन सिकनेस और एल्टीट्यूड सिकनेस वन एंड द सेम थिंग, विच कैन बी डिसअपीयर्ड आफ्टर अ वाइल और एक्लेमेटाइजेशन। ਜਿਹੜੇ सिम्पटम्स ਆਪਾਂ ਨੂੰ ਤੁਹਾਨੂੰ ਦੱਸੇ ਨੇ, ਇਹ कुछ टाइम बाद अपने आप ਉੱਥੋਂ ਦੀ अपनी बॉडी ਦੇ ਵਿੱਚੋਂ खत्म हो जाते हैं, डिसअपीयर हो जाते हैं। किमें हो जाते हैं? जदों अपनी बॉडी उत्थे एक्लेमेटाइजेशन कर लेंदी है। एक पासे आपां लोग हाँ जिहड़े नीचों दी प्लेन एरियाज तो पहाड़ी इलाके विच जा रहे हैं, आपां नूं ये सिम्पटम्स देखण नूं मिलते हैं, अपनी बॉडी विच सिम्पटम्स शो होंदे ने। बट जिहड़े लोग पहाड़ी इलाके दे विच रहिंदे ने उन्हां नूं ये सिम्पटम्स शो नहीं होंदे। क्यों? क्योंकि उन्हां दी बॉडी ने अपने आप नूं पहलां ही इस तरीके दा ढाल लिया है। उन्हां दी बॉडी दे विच क्या हुंदा है, हीमोग्लोबिन की कंसनट्रेशन ज़्यादा होंदी है, सिंथेसिस ज़्यादा होने लग जाती है, जिहदे करके उन्हां दी बॉडी ज़्यादा तो ज़्यादा ऑक्सीजन नूं बाइंड कर लैंदी है, और ये वाले सिम्पटम सारे उन्हां दी बॉडी दे विच नहीं आते। बट जदों आपां किते लोअर एरियाज तो अपर एरिया दे विच जा रहे हैं, एलीवेशन दे विच जा रहे हैं, तो अपनी बॉडी दे विच हीमोग्लोबिन की जिहड़ी सिंथेसिस है उन्होंने टाइम लग जाता होण नूं। हीमोग्लोबिन का जिहड़ा रेट है बनन दा वो थोड़ा टाइम लगा दिंदा है, जिहदे करके ये थोड़े सिम्पटम्स घट टाइम लिए अपीयर होंदे ने। और जदों अपनी बॉडी विच हीमोग्लोबिन की सिंथेसिस होने लग जाती है, अपना बॉडी दे विच ज़्यादा ऑक्सीजन बाइंड होने लग जाती है, और नाल दी नाले सारे सिम्पटम्स क्या हो जाते हैं, डिसअपीयर हो जाते हैं। क्लीयर? नाउ यू कैन ऑब्जर्व दिस acute mountain symptom in yourself. This is the picture of acute mountain sickness. ਆਪਾਂ ਨੂੰ सेम इसी तरह का फील होंदा है जदों ਆਪਾਂ एक प्लेन एरिया तो एक एलीवेटेड एरिया दे विच या हिली एरिया दे विच कदे ट्रैवल करते हैं। सो दिस इज़ ऑल अबाउट द अडैप्टेशंस इन डिफरेंट ऑर्गेनिजम्स, प्लांट्स, एनिमल्स एंड ह्यूमन बींग्स। आई होप थोनू ये सारा चैप्टर बहुत ही वधिया तरीके दे नाल समझ आ गया होएगा विद पिक्चर्स। अगर तुहानू किते भी कोई प्रॉब्लम है, यू कैन आस्क बाय मैसेजिंग और यू कैन ऑल्सो कॉल। थैंक यू।